हेलो फ्रेंड्स एंड वेलकम टू SIC कैनेडा अपडेट्स। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਪਾਊਸ ਓਪਨ ਵਰਕ ਪਰਮਿਟ ਐਪਲੀਕੇਸ਼ਨਸ ਦੀ। ਸਪਾਊਸ ਓਪਨ ਵਰਕ ਪਰਮਿਟ ਐਪਲੀਕੇਸ਼ਨ ਜਿਹੜੀ ਹੈ ਇੱਕ ਤਰੀਕੇ ਦਾ ਟੈਂਪਰੇਰੀ ਪਾਥਵੇ ਹੈ ਟੂ ਗੋ ਅਹੈਡ ਐਂਡ ਮੇਕ ਸ਼ੋਰ ਕਿ ਤੁਸੀਂ ਆਪਣੇ ਸਪਾਊਸ ਜਾਂ ਆਪਣੇ ਪਾਰਟਨਰ ਦੇ ਨਾਲ, ਆਪਣੇ ਹਸਬੈਂਡ ਵਾਈਫ ਜਾਂ ਕੌਂਜੂਗਲ ਪਾਰਟਨਰ, ਕਾਮਨ ਲਾਅ ਪਾਰਟਨਰ, ਉਹਨਾਂ ਦੇ ਨਾਲ ਤੁਸੀਂ ਰੀਯੂਨਾਈਟ ਹੋਣ ਜਾਂਦੇ ਹੋ ਵਿਦ ਇਨ ਕੈਨੇਡਾ। So under this program, what exactly is the spirit of this program? Is the main reason की है program ਦੀ existence ਦਾ, ਠੀਕ ਹੈ। ਤਾਂ ਕੈਨੇਡੀਅਨ ਇਮੀਗ੍ਰੇਸ਼ਨ ਲਾਅ ਦੇ ਅੰਦਰ ਫੈਮਿਲੀ ਰੀਯੂਨੀਫਿਕੇਸ਼ਨ ਦੇ ਕਲੌਜ਼ ਨੂੰ ਬਹੁਤ ਜ਼ਿਆਦਾ ਮਹੱਤਤਾ ਦਿੱਤੀ ਗਈ ਹੈ। ਸੋ ਦੇ ਅੰਡਰਸਟੈਂਡ ਕਿ ਹਾਂ ਵੀ ਜਦ ਕੋਈ ਬੱਚਾ, ਕੋਈ ਸਟੂਡੈਂਟ ਜਾਂ ਕੋਈ ਟੈਂਪਰੇਰੀ ਫੋਰਨ ਵਰਕਰ ਉੱਧਰ ਇੱਕ ਲੀਗਲ ਵਰਕ ਪਰਮਿਟ ਜਾਂ ਲੀਗਲ ਸਟੇਟਸ ਦੇ ਉੱਤੇ ਹੈ, ਦੈਨ ਦੇ ਆਲਸੋ ਰਿਕੁਆਇਰ ਦੇਅਰ ਫੈਮਿਲੀ ਫॉर द ਸਪੋਰਟ, ਬੀ ਇਟ ਇਨ ਟਰਮਸ ਆਫ ਇਮੋਸ਼ਨਲ ਸਪੋਰਟ ਜਾਂ ਫਾਈਨੈਂਸ਼ੀਅਲ ਸਪੋਰਟ। ਸੋ ਇਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਸੋ ਉਹਨਾਂ ਨੇ ਇੱਕ ਟੈਂਪਰੇਰੀ ਪਬਲਿਕ ਪੋਲਿਸੀ ਅਪਾਇੰਟ ਕੀਤੀ ਹੋਈ ਹੈ ਜਾਂ ਅਸਾਈਨ ਕੀਤੀ ਹੋਈ ਹੈ, ਜਿਸ ਦੇ ਅੰਡਰ ਕਿ ਕੋਈ ਸਟੂਡੈਂਟ ਜਾਂ ਕੋਈ ਫੋਰਨ ਵਰਕਰ ਹੂ ਇਜ਼ ਆਲਰੇਡੀ ਵਰਕਿੰਗ ਔਨ ਅ ਲੀਗਲ ਸਟੇਟਸ ਜਾਂ ਸਟੱਡਿੰਗ ਔਨ ਅ ਲੀਗਲ ਸਟੇਟਸ ਇਨ ਕੈਨੇਡਾ, ਉਹ ਆਪਣੇ ਸਪਾਊਸ ਨੂੰ, ਆਪਣੇ ਲਾਈਫ ਪਾਰਟਨਰ ਨੂੰ, ਆਪਣੀ ਫੈਮਿਲੀ ਨੂੰ ਸਪੋਂਸਰ ਕਰਕੇ ਨਾਲ ਬੁਲਾ ਸਕਦਾ ਹੈ। ਬਟ ਯੈਸ, ਇਸ ਪ੍ਰੋਗਰਾਮ ਦੇ ਅੰਡਰ ਜੋ ਵੀ ਵਰਕ ਪਰਮਿਟ, ਸਟੱਡੀ ਪਰਮਿਟ ਜਾਂ ਐਨੀ ਅਦਰ ਪਰਮਿਟ ਦੈਟ ਵੀ ਆਰ ਡਿਸਕਸਿੰਗ ਲਾਈਕ ਵਿਜ਼ਿਟਰ ਆਲਸੋ, ਉਹਨਾਂ ਦੀ ਡਿਊਰੇਸ਼ਨ ਜਿਹੜੀ ਹੈ ਦੈਟ ਇਜ਼ ਪਰਟੇਨਿੰਗ ਟੂ ਦ ਪ੍ਰਾਇਮਰੀ ਐਪਲੀਕੈਂਟ ਦੇ ਸਟੇਟਸ 'ਤੇ। ਸੋ ਜੇ ਕੋਈ ਤੁਸੀਂ ਸਟੱਡੀ ਪਰਮਿਟ 'ਤੇ ਗਏ ਹੋਏ ਹੋ, ਲੈਟਸ ਸੇ ਕਿ 1 ਈਅਰ ਦੇ ਵਾਸਤੇ ਜਾਂ 2 ਈਅਰਸ ਦੇ ਵਾਸਤੇ, ਤਾਂ ਡਿਪੈਂਡਿੰਗ ਔਨ ਕਿ ਤੁਹਾਡੀ ਪਰਮਿਟ ਕਿੰਨੀ ਪੈਂਡਿੰਗ ਹੈ ਜਾਂ ਕਿੰਨੀ ਰਹਿ ਗਈ ਹੈ ਬਾਕੀ ਲੀਗਲ, ਉਸ ਦੇ ਬੇਸਿਸ ਦੇ ਉੱਤੇ ਸਪਾਊਸ ਦੇ ਜਿਹੜੀ ਹੈਗੀ ਆ ਵਰਕ ਪਰਮਿਟ ਲੱਗਣ ਦੇ ਚਾਂਸਿਸ ਹੁੰਦੇ ਹੈ। ਬੈਸਟ ਪਾਰਟ ਇਸ ਪ੍ਰੋਗਰਾਮ ਦਾ ਇਹ ਹੈ ਕਿ ਤੁਹਾਡੇ ਪਾਰਟਨਰ ਨੂੰ, ਤੁਹਾਡੇ ਸਪਾਊਸ ਨੂੰ, ਐਜ਼ ਦੇ ਆਰ ਕਮਿੰਗ ਟੂ ਸਪੋਰਟ ਯੂ ਫਾਈਨੈਂਸ਼ੀਅਲੀ, ਤਾਂ ਉਹਨਾਂ ਨੂੰ ਬੈਨੀਫਿਟ ਮਿਲ ਜਾਂਦਾ ਇੱਕ ਓਪਨ ਵਰਕ ਪਰਮਿਟ ਐਪਲੀਕੇਸ਼ਨ ਦਾ, ਜਿਸ ਦੇ ਅਕੋਰਡਿੰਗ ਕਿ ਉਹਨਾਂ ਨੂੰ ਫੁੱਲ ਵਰਕਿੰਗ ਰਾਈਟਸ ਹੁੰਦੇ ਆ। ਦੇ ਕੈਨ ਵਰਕ ਐਨੀਵੇਅਰ ਵਿਦਿਨ ਦੋਜ਼ ਰਿਸਟ੍ਰਿਕਟਿਡ ਲਿਮਿਟਸ, ਠੀਕ ਹੈ। ਜਿਵੇਂ ਕਿ ਲੈਟਸ ਸੇ ਕਿ ਤੁਸੀਂ ਸਟੱਡੀ ਪਰਮਿਟ 'ਤੇ ਹੋ ਫੋਰ ਐਗਜ਼ਾਮਪਲ, ਐਂਡ ਯੂ ਆਰ ਓਨਲੀ ਬੇਸਡ ਆਊਟ ਆਫ ਅ ਸਿਟੀ ਜਿੱਥੇ ਤੁਹਾਡਾ ਕਾਲਜ ਜਿਹੜਾ ਹੈ ਉਹ ਰਿਮੋਟ ਲੋਕੇਸ਼ਨ ਥੋੜ੍ਹੀ ਜਿਹੀ ਹੋ ਜਾਂਦੀ ਹੈ। ਸੋ ਉਸ ਕੇਸਿਸ ਦੇ ਅੰਦਰ ਮੋਸਟ ਪ੍ਰੋਬਬਲੀ ਤੁਹਾਡੇ ਸਪਾਊਸ ਦੀ ਜੇ ਵਰਕ ਪਰਮਿਟ ਲੱਗੇਗੀ ਤਾਂ ਦੈਟ ਵੁੱਡ ਬੀ ਰਿਸਟ੍ਰਿਕਟਿਡ ਟੂ ਦੈਟ ਵੈਰੀ ਸਿਟੀ ਔਰ ਦੈਟ ਵੈਰੀ ਪ੍ਰੋਵਿੰਸ, ਠੀਕ ਹੈ। ਸੋ ਇਟ ਕੈਨ ਡਿਪੈਂਡ, ਅਗੇਨ ਦੇਰ ਆਰ ਮੈਨੀ ਫੈਕਟਰਸ ਵਿਚ ਆਰ ਇਨਵੋਲਵਡ ਇਨ ਟੂ ਇਟ। ਸੋ ਜਸਟ ਇਹ ਨਹੀਂ ਹੈ ਕਿ ਹਾਂ ਵੀ ਤੁਹਾਡੀ ਮੈਰਿਜ ਜੈਨੂਇਨ ਹੋਣੀ ਚਾਹੀਦੀ ਹੈ, ਉਸ ਤੋਂ ਇਲਾਵਾ ਵੀ ਬਹੁਤ ਸਾਰੇ ਫੈਕਟਰਸ ਜਿਹੜੇ ਹੈ ਉਹ ਸਪਾਊਸ ਵਰਕ ਓਪਨ ਵਰਕ ਪਰਮਿਟ ਦੀ ਐਪਲੀਕੇਸ਼ਨ 'ਚ ਇਨਕਲੂਡਡ ਹੁੰਦੇ ਹਨ। ਜਿਵੇਂ ਕਿ ਜੋ ਪ੍ਰਾਇਮਰੀ ਐਪਲੀਕੈਂਟ ਹੈ ਜਾਂ ਸਪੋਂਸਰ ਹੈ, ਠੀਕ ਹੈ, ਆਰ ਦੇ ਵਰਕਿੰਗ ਪਾਰਟ ਟਾਈਮ ਔਰ ਆਰ ਦੇ ਵਰਕਿੰਗ ਫੁੱਲ ਟਾਈਮ, ਉਹਨਾਂ ਦੀ ਜੌਬ ਜਿਹੜੀ ਹੈ ਕੌਣ ਸੇ ਨੌਕ ਲੈਵਲ ਦੀ ਕੈਟੇਗਰੀ ਦੀ ਹੈ, ਵਟ ਇਜ਼ ਦੇਅਰ ਪੇ ਸਕੇਲ, what is their work experience, what kind of education they are going for, ठीक है। ये सारे factors ਜਿਹੜੇ हैं consideration ਚਾਹੁੰਦੇ हैं visa officer ਦੀ when they are trying to go ahead and make a decision on spouse open work permit application। ਇਹੀ ਨਹੀਂ, ਇਸ ਦੇ ਨਾਲ ਸਪਾਊਸ ਜੋ ਪ੍ਰਾਇਮਰੀ ਆਪਣਾ ਐਪਲੀਕੈਂਟ ਹੈ, ਜਿਨ੍ਹਾਂ ਨੇ ਵਰਕ ਪਰਮਿਟ ਲਗਵਾ ਕੇ ਜਾਣੀ ਹੈ, ਉਹਨਾਂ ਦੀ ਵੀ ਪ੍ਰੋਫਾਈਲ ਦੇ ਬੜੇ ਸਾਰੇ ਫੈਕਟਰਸ ਜਿਹੜੇ ਹੈ ਉਹ ਧਿਆਨ 'ਚ ਰੱਖਣੇ ਪੈਂਦੇ ਹੈ। ਜਿਵੇਂ ਕਿ ਉਹਨਾਂ ਦੀ ਵਰਕ ਐਕਸਪੀਰੀਅੰਸ ਕਿੱਦਾਂ ਰਿਹਾ, ਉਹਨਾਂ ਦੀ ਐਜੂਕੇਸ਼ਨ ਕੈਸੀ ਹੈ, ਉਹਨਾਂ ਦੀ ਲੈਂਗੁਏਜ ਕੈਪੇਬਿਲਿਟੀ ਕੈਸੀ ਹੈ, ਵਿਚ by the way is not mandatory in the application, ਪਰ ਫਿਰ ਵੀ ਉਹ ਬੜਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਅਪਰੂਵਲ ਵੱਲ ਨੂੰ ਆਪਣੀ ਪ੍ਰੋਫਾਈਲ ਜਿਹੜੀ ਹੈ ਬੈਟਰ ਕਰਨ ਦਾ, ਠੀਕ ਹੈ। Then again, the location where you are going is also important, whether your past work experience types ਦੀ ਜੌਬ ਜਿਹੜੀਆਂ ਉਸ ਲੋਕੈਲਿਟੀ ਦੇ ਅੰਦਰ, ਉਸ ਲੋਕੇਸ਼ਨ ਦੇ ਅੰਦਰ ਜਾਂ ਉਸ ਏਰੀਆ 'ਚ ਮਿਲਦੀ ਹੈ ਨਹੀਂ ਮਿਲਦੀ, ਉਹਨਾਂ ਦਾ ਪੇ ਗ੍ਰੇਡ ਕੈਸਾ ਹੁੰਦਾ ਹੈ, ਤੁਸੀਂ ਪਾਸਟ ਕਿੰਨੇ ਸਾਲਾਂ ਤੋਂ ਵਰਕ ਕਰ ਰਹੇ ਹੋ, ਕਿਸ ਤਰੀਕੇ ਦੀ ਪੋਜੀਸ਼ਨ ਸੀ, ਵਰ ਯੂ ਹੈਂਡਲਿੰਗ ਅ ਟੀਮ ਔਰ ਨਾਟ। ਸੋ ਇਹ ਸਾਰੇ ਫੈਕਟਰਸ ਜਿਹੜੇ ਹੈ ਬਹੁਤ ਇੰਪੋਰਟੈਂਟ ਹੁੰਦੇ ਆ ਸਪਾਊਸ ਓਪਨ ਵਰਕ ਪਰਮਿਟ ਐਪਲੀਕੇਸ਼ਨ ਲਈ। ਬੜੇ ਲੋਕਾਂ ਦਾ ਸੋਚਣਾ ਇਹ ਹੈ ਕਿ ਜਸਟ ਅਸੀਂ ਜੇ ਪਿੱਛੋਂ ਦੀ ਫੰਡਸ ਦਿਖਾ ਦਾਂਗੇ ਕਿ ਸਾਡੇ ਕੋਲ ਜੀ ਅਵੇਲੇਬਲ ਹੈ 2 ਸਾਲ ਰਹਿਣ ਵਾਸਤੇ ਫੰਡਸ, ਤਾਂ ਸਾਡੀ ਵਰਕ ਪਰਮਿਟ ਐਪਲੀਕੇਸ਼ਨ ਲੱਗ ਜਾਏਗੀ। ਬਟ ਐਸਾ ਨਹੀਂ ਹੁੰਦਾ, ਇਹ ਫੰਡਸ ਦੇ ਉੱਤੇ ਬੇਸ ਨਹੀਂ ਹੁੰਦੀ, ਇਹ ਤੁਹਾਡੇ ਇਕਨੋਮਿਕ ਬੈਨੀਫਿਟ ਨੂੰ ਆਊਟਵੇ ਕਰਨ ਵਾਸਤੇ ਤੁਹਾਨੂੰ ਚੈੱਕ ਕਰਨਾ ਪੈਂਦਾ ਹੈ ਕਿ ਹਾਂ ਵੀ ਵਟ ਕਾਈਂਡ ਆਫ ਬੈਕਅਪ ਐਮ ਆਈ ਰਿਫਲੈਕਟਿੰਗ। ਮੇਨ ਇਸ ਐਪਲੀਕੇਸ਼ਨ ਦੇ ਅੰਦਰ ਤੁਹਾਡਾ ਇਕਨੋਮਿਕ ਬੈਨੀਫਿਟ ਕੈਨੇਡਾ ਨੂੰ ਜਿਹੜਾ ਹੈ ਉਸਦੀ ਇੰਪੋਰਟੈਂਸ ਬਹੁਤ ਜ਼ਿਆਦਾ ਹੈ, ਠੀਕ ਹੈ। ਸੈਕੰਡਲੀ ਅਗੇਨ ਐਜ਼ ਆਈ ਮੈਂਸ਼ਨ, ਫੈਮਿਲੀ ਰੀਯੂਨੀਫਿਕੇਸ਼ਨ ਇਜ਼ ਦ ਮੇਨ ਸਪਿਰਿਟ ਆਫ ਦਿਸ ਪ੍ਰੋਗਰਾਮ। ਸੋ ਤੁਹਾਡਾ ਉਹਨਾਂ ਦੇ ਨਾਲ, ਆਪਣੇ ਲਵਡ ਵਨਸ ਦੇ ਨਾਲ ਰੀਯੂਨਾਈਟ ਹੋਣਾ, ਟੈਂਪਰੇਰੀ ਬੇਸਿਸ 'ਤੇ ਪਰਮਿਟ ਲੈ ਕੇ ਉੱਧਰ ਜਾਣਾ, ਠੀਕ ਹੈ। ਇਸ ਵਾਸਤੇ ਬਹੁਤ ਸਾਰੇ ਫੈਕਟਰਸ ਐਜ਼ ਵੀ ਡਿਸਕਸ ਇਨਵੋਲਵਡ ਹੁੰਦੇ ਹਨ। ਸੋ ਮੇਰੀ ਰეკਮੈਂਡੇਸ਼ਨ ਹਰ ਐਪਲੀਕੈਂਟ ਨੂੰ ਇਹੀ ਹੈ, ਕਿਉਂਕਿ ਅੱਜ ਕੱਲ੍ਹ ਆਪਾਂ ਦੇਖ ਰਹੇ ਹਾਂ ਬੜਾ ਟ੍ਰੈਂਡ ਚੱਲਿਆ ਹੋਇਆ ਹੈ, ਐਂਡ ਇਟਸ ਆਲਸੋ ਗੁੱਡ ਕਿਉਂਕਿ ਸਟੱਡੀ ਪਰਮਿਟ ਇਜ਼ ਕੰਸੀਡਰਡ ਟੂ ਬੀ ਵਨ ਆਫ ਅ ਸਟੈਪਿੰਗ ਸਟੋਨ ਦੀਜ਼ ਡੇਜ਼ ਟੂਵਰਡਸ ਕੈਨੇਡੀਅਨ PR। बड़े बच्चे जिन्हों का डायरैक्ट माइग्रेशन तो FSW के अंदर एक्सप्रैस एंट्री के ड्रॉज के अंदर या PNPs के अंदर सिलेक्शन नहीं हो पा रहा, दे आर जस्ट ट्राइंग टू गो हैड एंड गेन सम एंट्री इन टू कैनेडा सो दैट वो क्वालिटी दी एजुकेशन
ਹਾਸਲ ਕਰਕੇ ਉਧਰ ਦੇ ਇਕਨੋਮਿਕ ਬੈਨੀਫਿਟਸ ਨੂੰ ਜਿਹੜਾ ਹੈ ਉਹ ਓਵਰਕਮ ਕਰ ਸਕਣ, ਮਤਲਬ ਇਨ ਟਰਮਸ ਆਫ ਫੇਵਰ ਟੂ ਦੇਅਰ ਪ੍ਰੋਫਾਈਲ, ਠੀਕ ਹੈ। ਸੋ ਉਧਰ ਦੀ ਐਜੂਕੇਸ਼ਨ, ਉਧਰ ਦਾ ਐਕਸਪੀਰੀਅੰਸ, ਉਧਰ ਦਾ ਸਕਿੱਲ ਸੈਟ ਉਹ ਕਿਵੇਂ ਤੁਹਾਨੂੰ ਤੁਹਾਡੇ ਕਰੰਟ ਕਰੀਅਰ ਪਾਥਵੇ ਦੇ ਅੰਦਰ ਜਾਂ ਫਿਰ ਤੁਹਾਡੀ ਪ੍ਰੀਵੀਅਸ ਐਜੂਕੇਸ਼ਨ ਨੂੰ ਕਿਵੇਂ ਕੰਪਲੀਮੈਂਟ ਕਰਦਾ, ਇਹ ਸਾਰੇ ਫੈਕਟਰਸ ਜਿਹੜੇ ਇਨੀਸ਼ੀਅਲ ਸਟੇਜ 'ਚ ਕੰਮ ਆਉਂਦੇ ਆ। ਸੋ ਉਹ ਐਪਲੀਕੈਂਟਸ ਜੋ ਅੱਜ ਦੀ ਡੇਟ ਦੇ ਅੰਦਰ ਡਾਇਰੈਕਟ PR ਵਾਸਤੇ ਨਹੀਂ ਕੁਆਲੀਫਾਈ ਹੋ ਰਹੇ, ਦੇ ਆਰ ਕਾइंड ऑफ अडॉप्टिंग टूवर्ड्स दिस न्यू अप्रोच कि वो अपनी स्टडी परमिट लगवा कर एक बार एंट्री गेन कर लेंगे हैं, सो दैट अपने उत्थे जाके मेहनत दे नाल, अपनी डिटर्मिनेशन दे नाल, अपनी एजुकेशनल क्वालिफिकेशन अप टू द मार्क रखते हुए तो अपने स्किल सैट नूं वधा के दे कैन गो हैड एंड प्रूव दैट दे हैव एन इकोनॉमिक बेनिफिट फॉर कैनेडा, सो दैट उन्होंने वास्ते ਜਿਹੜੇ डिफरेंट पाथवेज अवेलेबल हैं फॉर ऑनशोर एप्लीकेंट्स ऑल्सो उन्होंने वास्ते भी क्वालिफाई कर जाए। बट अगेन दिस इज़ द मेन क्वेश्चन दैट अराइजेज इन मोस्ट ऑफ दीज एप्लीकेशंस कि मेरे स्पाउस या मेरी फैमिली जी है वो कब तक मेरे नाल आ पाएगी। सो मैं ये चीज़ ज़रूर उरे साझी करना चाहवागा कि जो साडा इमीग्रेशन लॉ है कैनेडा का, ठीक है, दे गो हैड एंड प्रोवाइड यू अ प्रोविजन कि तुसी टैक्नीकली इकट्ठे भी एप्लीकेशन लगा सकते हो स्पाउस दे नाल, बट बड़े सारे केसेस प्रोफाइल टू प्रोफाइल बेसिस, केस टू केस बेसिस, ठीक है, ऐसा होंदा है कि वी सजेस्ट और वी रिकमेंड कि स्पाउस की एप्लीकेशन या बच्चों की एप्लीकेशन नाल ना पाई जा सके या ना पाओ तो बेटर रहिंदा है। सो अगेन एक केस टू केस बेसिस डिफर करता है, बट येस देयर इज़ अ प्रोविजन इन लॉ जो कि तुहानू अलाउ करदी है कि तुसी अपनी स्टडी परमिट एप्लीकेशन के नाल ही अपने स्पाउस की अपने बच्चों की जिहड़ी एप्लीकेशन सबमिट कर सकते हो। अप्रूवल रेट्स के उत्ते बहुत फर्क पैंदा है इफ इट्स एन इंडिविजुअल एप्लीकेशन या तुहाडी फैमिली इंक्लूड है। जिमें कि गल करिए तो एक फैक्टर होंदा है क्राइटेरिया जिहड़ा होंदा फैमिली टाइज विद योर होम कंट्री when you are applying for study permit, so वो फैक्टर भी बड़ा इंपॉर्टेंट होंदा है। नाउ जे तुहाडी फैमिली दी एप्लीकेशन जिहड़ी इंक्लूडिड है नाल, ठीक है, then that can also be considered to be a negative aspect. Again it depends on case to case basis. बड़े सारे केसेस, बड़े सारी प्रोफाइल्स ऐसी भी स्ट्रॉन्ग होंदी है जिन्हां दे अंदर इस चीज़ ਨੂੰ इग्नोर कर सकते हैं आपां, बट स्टिल ਇਹ ਫੈਕਟਰ ਜਿਹੜਾ ਹੈ ਇਸ ਨੂੰ ਕਦੇ ਨਹੀਂ ਆਪਾਂ ਨੂੰ ਰੂਲ ਆਊਟ ਕਰਨਾ ਚਾਹੀਦਾ ਕਿ ਇੰਡੀਵਿਜੂਅਲ ਐਪਲੀਕੇਸ਼ਨ ਦੇ ਅੰਦਰ ਆਪਾਂ ਨੂੰ ਬੈਨੀਫਿਟ ਹੋ ਜਾਂਦਾ ਹੈ ਇਫ ਯੂ ਹੈਵ ਯੋਰ primary family or your wife and your kids already within your home country, so ਇਹ ਤੁਹਾਡੇ strong family ties ਜਿਹੜੇ ਹੈ ਉਹ ਵੀ reflect ਕਰਨ ਦੇ ਅੰਦਰ help ਕਰਦਾ ਹੈ। Again coming back to the same thing, yes technically you are allowed to go ahead and submit an application, okay, but still case to case basis it differs ਕਿ ਤੁਸੀਂ ਕਦ apply ਕਰ ਸਕਦੇ ਹੋ। Then ਜਿਹੜਾ ਸਟੂਡੈਂਟ ਉਧਰ ਜਾ ਰਹੇ हैं ਉਹਨਾਂ ਦਾ ਪੇ ਗ੍ਰੇਡ ਕੀ ਹੈ, ਉਹਨਾਂ ਦੀ ਜੌਬ ਕਿੱਦਾਂ ਦੀ ਹੈ, ਵੈਦਰ ਹੀ ਇਜ਼ ਏਬਲ ਟੂ ਗੋ ਹੈਡ ਐਂਡ ਅਰਨ ਦੈਟ ਮਚ ਕਿ ਫੈਮਿਲੀ ਨੂੰ ਸਪੋਰਟ ਕਰ ਪਾਉਣਗੇ ਅਤੇ ਫੈਮਿਲੀ ਉਹਨਾਂ ਦੇ ਕੈਨੇਡਾ ਦੇ ਉੱਤੇ ਕੋਈ ਲਾਇਬਿਲਿਟੀ ਨਹੀਂ ਬਣੇਗੀ। ਸੋ ਇਹ ਸਾਰੇ ਫੈਕਟਰਸ ਜਿਹੜੇ ਨੇ ਇਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਹੀ ਤੁਹਾਡੀ ਐਪਲੀਕੇਸ਼ਨ ਜਿਹੜੀ ਹੈ ਉਹ ਲਗਾਉਣੀ ਜ਼ਰੂਰੀ ਹੁੰਦੀ ਹੈ। ਦੇयर ਆਰ ਮੈਨੀ ਡਾਕੂਮੈਂਟਸ ਅਵੇਲੇਬਲ ਫॉर सबमिशन ਜੋ ਕਿ ਆਪਾਂ ਨੂੰ ਐਨਾਲਾਈਜ਼ ਕਰਨੇ ਪੈਂਦੇ ਆ ਕਿ ਇਹ ਵਾਲਾ ਡਾਕੂਮੈਂਟ ਜਾਂ ਇਹ ਵਾਲਾ ਐਕਸਪੀਰੀਅੰਸ ਸਾਡੇ ਕੰਮ ਆਏਗਾ ਅਪਰੂਵਲ ਲੈਣ ਵਾਸਤੇ ਬੈਨੀਫੀਸ਼ੀਅਲ ਹੈ ਕਿ ਇਹ ਵਾਲਾ ਹੈਗਾ। ਸੋ ਵੀ ਨੀਡ ਟੂ ਗੋ ਹੈਡ ਐਂਡ ਡਿਫਾਈਨ ਕਿ ਕਿਹੜੀ ਨੌਕ ਕੋਡ, ਕਿਹੜੀ ਆਕੂਪੇਸ਼ਨ, ਕਿਹੜੇ ਐਕਸਪੀਰੀਅੰਸ ਨੂੰ ਅਸੀਂ ਟਾਰਗੇਟ ਕਰਕੇ ਆਪਣੀ ਪ੍ਰੋਫਾਈਲ ਜਿਹੜੀ ਹੈ ਉਹ ਸ਼ੋ ਕਰ ਰਹੇ ਹਾਂ। whatever your experience reflects that can easily fall into 2 to 3 knock codes also, क्योंकि बड़ी सारी roles and responsibilities ਜਿਹੜੇ हैं वो merge या overlap ਕਰਦੇ हैं knock codes ਦੀ category ਦੇ ਅੰਦਰ। So again please get in touch with us so that we can go ahead and check your profile thoroughly। ਅਸੀਂ due diligently ਸਾਰਾ factors ਜਿਹੜੇ हैं ਉਹਨਾਂ ਨੂੰ holistically ਇੱਕ ਵਾਰੀ ऑब्जर्व करके ही ਤੁਹਾਡੀ एप्लीकेशन रेडी करके सबमिट करते हैं so that we should be able to go ahead and get a good approval for you। We also want you to go ahead and reunite with your family members, and we definitely want this pathway to help you achieve your PR dream for Canada। Thank you. You can contact us on the details provided, and have a nice day।